पेपर रीसाइकलिंग तो हरेक ने सुनी है डॉक्टर साहब, जरूरी है। सो की प्रोसैस ने पेपर रीसाइकलिंग ਦੇ? ਸਾਡੇ ਪ੍ਰਿੰਸੀਪਲ ਮੈਡਮ ਦਾ ਵਿਜ਼ਨ ਸੀਗਾ, ਉਹਨਾਂ ਨੇ ਆ ਬਹੁਤ ਆਂਦੇ ਹੀ ਇਸ ਚੀਜ਼ ਨੂੰ ਐਸਟੈਬਲਿਸ਼ ਕੀਤਾ। ਸਿੱਖਿਆ ਦਾ ਮਤਲਬ ਸਿਰਫ ਇੱਕ ਕਿਤਾਬੀ ਗਿਆਨ ਪ੍ਰਾਪਤ ਕਰਕੇ ਨੰਬਰ ਲੈ ਕੇ ਪਾਸ ਹੋਣਾ ਨਹੀਂ ਹੈ। ਜਿੰਨਾ ਅਸੀਂ ਉਹਦੇ ਬਾਰੇ ਰਿਸਰਚ ਕਰਾਂਗੇ, ਜਿੰਨਾ ਅਸੀਂ ਉਹਦੇ ਬਾਰੇ ਮੈਕਸਿਮਮ ਇਨਫੋਰਮੇਸ਼ਨ ਅਸੀਂ ਉਹਨੂੰ ਲੈ ਸਕਦੇ ਹਾਂ। ਇਦਾਂ ਦੀ ਹਜੇ ਤੱਕ ਅਸੀਂ ਕੋਈ ਵੀ ਸਕੀਮ ਨਹੀਂ ਗਵਰਨਮੈਂਟ ਦੀ ਸੁਣੀ ਕਿ ਜਿਹੜਾ ਉਹਨੇ ਰੀਸਾਈਕਲਿੰਗ ਜਿਹੜਾ ਯੂਨਿਟ ਹੈ ਲਗਾਉਣ ਦੇ ਲਈ ਕਿਸੇ ਨੂੰ ਫੰਡਸ ਦਿੱਤੇ ਹੋਣ। ਜਿੱਦਾਂ ਸਾਡੇ ਜਿਹਨੇ ਬੇਸਿਕ ਜਿਹੜੇ ਚਾਰजेस ਹੁੰਦੇ ਨੇ, ਅਸੀਂ ਉਹੀ ਕਰਕੇ ਉਹਨਾਂ ਨੂੰ ਜਿਹੜੀ ਹੈ ਉਹ ਚੀਜ਼ ਸਪਲਾਈ ਕਰ ਦਿੰਦੇ ਹਾਂ। ਹਾਂਜੀ, ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਮੈਂ ਹਾਂ ਨਵਜੋਤ ਕੌਰ ਸਿੱਧੂ। ਵਾਤਾਵਰਨ ਦੀ ਜਦੋਂ ਗੱਲ ਕਰਦੇ ਹਾਂ, ਬਹੁਤ ਸਾਰੇ ਲੋਕ ਅਸੀਂ ਦਾਅਵੇ ਕਰਦੇ ਹਾਂ ਕਿ ਅਸੀਂ ਰੁੱਖ ਲਾ ਦਿੱਤੇ, ਅਸੀਂ ਰੁੱਖਾਂ ਨੂੰ ਬਚਾ ਵੀ ਲਿਆ, ਅਸੀਂ ਥਾਂ ਦੇ ਉੱਤੇ ਇਹਦੇ ਬਾਰੇ ਰੈਲੀਆਂ ਵੀ ਕੱਢ ਦਿੱਤੀਆਂ, ਅਸੀਂ ਸੈਮੀਨਾਰ ਵੀ ਕੰਡਕਟ ਕਰ ਦਿੱਤੇ, ਅਸੀਂ ਬੱਚਿਆਂ ਨੂੰ ਵੀ ਸਮਝਾ ਦਿੱਤਾ ਕਿ ਅਸੀਂ ਇਨਵਾਇਰਨਮੈਂਟ ਨੂੰ ਬਚਾਉਣਾ, ਵਾਤਾਵਰਨ ਨੂੰ ਬਚਾਉਣਾ। ਗਰਮੀ ਦਾ ਜੋ ਇਸ ਸਮੇਂ ਹਾਲ ਪੰਜਾਬ ਦੇ ਵਿੱਚ ਹੋ ਰਿਹਾ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਹੈ। ਜਿਹੜਾ ਤਾਪਮਾਨ ਤਕਰੀਬਨ 30 ਤੋਂ 32 ਡਿਗਰੀ ਇੱਥੇ ਰਹਿੰਦਾ ਸੀਗਾ, ਹੁਣ 45 ਡਿਗਰੀ ਨੂੰ ਆਰਾਮ ਦੇ ਨਾਲ ਉਹ ਛੂਹ ਰਿਹਾ ਤੇ ਉਸ ਚੀਜ਼ ਦੇ ਵਿੱਚ ਜੋ ਸਾਡਾ ਤਰਾਹ ਨਿਕਲ ਰਿਹਾ ਉਹ ਵੀ ਸਾਨੂੰ ਪਤਾ ਹੈ। ਪਰ ਇਸ ਸਾਰੇ ਦੇ ਵਿੱਚ ਚੀਜ਼ ਜਿਹੜੀ ਸਮਝਣ ਵਾਲੀ ਉਹ ਇਹ ਹੈ ਕਿ ਵਾਤਾਵਰਨ ਨੂੰ ਇਸ ਸਮੇਂ ਬਚਾਉਣਾ ਕਿੰਨਾ ਜ਼ਰੂਰੀ ਹੈ। ਤੇ ਵਾਤਾਵਰਨ ਦੇ ਵਿੱਚ ਜਦੋਂ ਅਸੀਂ ਰੁੱਖ ਲਗਾਉਣ ਦੀ ਗੱਲ ਕਰਦੇ ਹਾਂ, ਰੁੱਖਾਂ ਨੂੰ ਨਾ ਵੱਢਣ ਦੀ ਗੱਲ ਕਰਦੇ ਹਾਂ, ਤੇ ਉੱਥੇ ਸਭ ਤੋਂ ਜ਼ਿਆਦਾ ਜ਼ਰੂਰੀ ਇਸ ਸਮੇਂ ਜਿਹਦੇ ਬਾਰੇ ਜਾਗਰੂਕਤਾ ਬਹੁਤ ਘੱਟ ਹੈ ਉਹ ਹੈ ਰੀਸਾਈਕਲਿੰਗ ਕਰਨਾ। ਪੇਪਰ ਰੀਸਾਈਕਲਿੰਗ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਵਾਤਾਵਰਨ ਨੂੰ ਬਚਾਉਣ ਦੇ ਵਿੱਚ ਇੱਕ ਵੱਡਾ ਰੋਲ ਅਦਾ ਕਰਦੀ ਹੈ ਕਿ ਪੇਪਰ ਰੀਸਾਈਕਲਿੰਗ ਯੂਨਿਟ ਜਲੰਧਰ ਦਾ ਇੱਕੋ ਇੱਕ ਇੱਥੇ ਲੱਗਿਆ ਹੋਇਆ, ਜਿੱਥੇ ਕਾਰਪੋਰੇਸ਼ਨ ਤੱਕ ਇੱਥੇ ਭੇਜਦੀ ਹੈ ਆਪਣੇ ਪੇਪਰ ਰੀਸਾਈਕਲ ਹੋਣ ਲਈ। ਤੇ ਸਭ ਤੋਂ ਵੱਡੀ ਗੱਲ ਇਹ ਕਿ ਪੰਜਾਬ ਦੇ ਚੁਣਿੰਦਾ ਅਦਾਰਿਆਂ ਦੇ ਵਿੱਚੋਂ HMV ਕਾਲਜ ਆਉਂਦਾ ਜਿਹਦੇ ਵਿੱਚ ਇਹ ਰੀਸਾਈਕਲਿੰਗ ਯੂਨਿਟ ਲੱਗਾ ਹੋਇਆ। ਸੋ ਕੀ ਹੈ ਰੀਸਾਈਕਲਿੰਗ ਯੂਨਿਟ, ਕਿਵੇਂ ਕੰਮ ਕਰਦਾ, ਕੀ ਇਹਦਾ ਮਹੱਤਵ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ ਅਸੀਂ ਪੇਪਰ ਰੀਸਾਈਕਲਿੰਗ ਯੂਨਿਟ ਦੇ ਇੰਚਾਰਜ ਸਾਹਿਬ ਦੇ ਨਾਲ ਮਿਲ ਕੇ। ਸੋ ਅਸੀਂ ਹਾਂਜੀ ਪੰਜਾਬ ਚੈਨਲ ਤੇ ਸਵਾਗਤ ਕਰਦੇ ਹਾਂ ਡਾਕਟਰ ਜਤਿੰਦਰ ਕੁਮਾਰ ਜੀ ਦਾ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ ਫॉर ਬੀਇੰਗ ਕਮਿੰਗ ਟੂ ਆਵਰ ਕਾਲਜ। ਮੈਂ ਬਹੁਤ ਹੀ ਧੰਨਵਾਦੀ ਹਾਂ ਨਵਜੋਤ ਕੌਰ ਮੈਮ ਦਾ, ਜਿਹੜੇ ਸਾਡੇ ਕਾਲਜ ਵਿੱਚ ਆਏ ਦਿਸ ਸਕੋਰਚਿੰਗ ਹੀਟ ਨੇ। ਤੇ ਅਸੀਂ ਪੇਪਰ ਰੀਸਾਈਕਲਿੰਗ ਦੇ ਬਾਰੇ ਸਾਰਾ ਜਿਹੜਾ ਪ੍ਰੋਸੈਸ ਹੈ ਅਸੀਂ ਇੱਥੇ ਕਰ ਰਹੇ ਹਾਂ। ਐਂਡ ਆ ਸਾਡਾ ਜਿਹੜਾ ਇੱਕ ਇਨੀਸ਼ੀਏਟਿਵ ਹੈ, ਗ੍ਰੀਨ ਇਨੀਸ਼ੀਏਟਿਵ ਦੇ ਨਾਲ ਜੁੜਿਆ ਹੋਇਆ ਹੈ। ਤੇ ਸਾਡੇ ਆ ਜਿਹੜਾ ਸਾਡਾ ਪ੍ਰੋਪਰ ਜਿਹੜਾ ਸਾਰਾ ਪ੍ਰੋਸੈਸ ਹੈ ਪੇਪਰ ਰੀਸਾਈਕਲਿੰਗ ਯੂਨਿਟ ਦਾ, it was the brain child of basically our principal ਪ੍ਰੋਫੈਸਰ ਡਾਕਟਰ ਮਿਸਿਜ਼ ਅਜੇ ਸਰੀਨ। ਤੇ ਉਹਨਾਂ ਦਾ ਸ਼ੁਰੂ ਤੋਂ ਹੀ ਜਿਹੜਾ ਵਿਜ਼ਨ ਹੈ ਉਹ ਗ੍ਰੀਨ ਕੈਂਪਸ ਬਣਾਉਣ ਦਾ ਸੀਗਾ। ਤੇ ਉਹਨਾਂ ਦੀ ਏਬਲ ਗਾਈਡੈਂਸ ਦੇ ਅੰਡਰ ਜਿਹੜੇ ਹੈ ਸੀ HMV ਕਾਲਜ ਦੇ ਅੰਦਰ ਇਹੋ ਜਿਹੀ ਬਹੁਤ ਸਾਰੀ ਪ੍ਰੈਕਟਿਸਿਸ ਸਟਾਰਟ ਕੀਤੀਆਂ ਉਹਨਾਂ ਦੇ ਆਉਣ ਤੋਂ ਬਾਅਦ ਇਸ ਕਾਲਜ ਵਿੱਚ। ਤੇ ਅੱਜ ਦੇ ਟਾਈਮ ਜੇ ਮੈਂ ਗੱਲ ਕਰਾਂ ਤਾਂ HMV ਕਾਲਜ ਇਜ਼ ਯੂ ਕੈਨ ਸੇ ਇਜ਼ 100% ਗ੍ਰੀਨ ਕੈਂਪਸ, ਜਿਹੜਾ ਅਸੀਂ ਇੱਥੇ ਕੋਈ ਵੀ ਇਹੋ ਜਿਹੀ ਪ੍ਰੈਕਟਿਸਿਸ ਨਹੀਂ ਕਰਦੇ ਆ, ਉਹਨੂੰ ਇਨਕਰੇਜ ਨਹੀਂ ਕਰਦੇ ਜਿਹੜੀ ਕਿ ਇਨਵਾਇਰਨਮੈਂਟ ਫਰੈਂਡਲੀ ਨਾ ਹੋਏ। ਤੇ ਉਹਦਾ ਇੱਕ ਪਾਰਟ ਹੈਗਾ ਹੈ ਆ ਸਾਡਾ ਰੀਸਾਈਕਲਿੰਗ ਯੂਨਿਟ ਵੀ। ਆ ਵੀ ਸਾਡਾ ਇੱਕ ਜਿਹੜਾ ਗ੍ਰੀਨ ਇਨੀਸ਼ੀਏਟਿਵ ਇਕੋ ਫਰੈਂਡਲੀ ਜਿਹੜਾ ਪ੍ਰੋਸੈਸ ਹੈ ਅਸੀਂ ਇਹਨੂੰ ਬਹੁਤ ਸਕਸੈਸਫੁਲੀ ਕਰ ਰਹੇ ਹਾਂ। ਤੇ ਇਹਦੇ ਜਿਹੜੇ ਸਾਨੂੰ ਰਿਜ਼ਲਟਸ ਮਿਲ ਰਹੇ ਹੈ ਉਹ ਬਹੁਤ ਜ਼ਿਆਦਾ ਇਨਕਰੇਜਿੰਗ ਨੇ। ਤੇ ਉਸੇ ਰਿਜ਼ਲਟਸ ਨੂੰ ਦੇਖਦੇ ਹੋਏ ਅਸੀਂ ਜਿਹੜਾ ਹੈ ਸਾਰੀ ਯੂਨਿਟ ਨੂੰ ਆਪਰੇਟ ਕਰ ਰਹੇ ਹਾਂ। ਅੱਛਾ, ਜਿਹੜੇ ਲੋਕ ਪੇਪਰ ਰੀਸਾਈਕਲਿੰਗ ਤਾਂ ਹਰੇਕ ਨੇ ਸੁਣੀ ਹੈ ਡਾਕਟਰ ਸਾਹਿਬ, ਪਰ ਉਹ ਕੀ ਪ੍ਰੋਸੈਸ ਆ, ਕਿੱਦਾਂ ਉਹ ਕੀਤੀ ਜਾਂਦੀ ਹੈ, ਕਿਉਂਕਿ ਇਹ ਵੀ ਦਰਸ਼ਕਾਂ ਨੂੰ ਜਾਣਨਾ ਜ਼ਰੂਰੀ ਹੈ। ਸੋ ਕੀ ਪ੍ਰੋਸੈਸ ਨੇ ਪੇਪਰ ਰੀਸਾਈਕਲਿੰਗ ਦੇ? ਓਕੇ, ਸੋ ਆ ਜਿਹੜਾ ਸਾਰਾ ਦਾ ਸਾਰਾ ਪ੍ਰੋਸੈਸ ਹੈ ਆ ਬੜਾ ਸਿੰਪਲ ਹੀ ਪ੍ਰੋਸੈਸ ਹੈ। ਇਟ ਇਜ਼ ਨਾਟ ਅ ਵੈਰੀ ਬਿਗ ਡੀਲ ਔਰ ਇਟਸ ਨਾਟ ਅ ਕੰਪਲੀਕੇਟਿਡ ਪ੍ਰੋਸੈਸ ਐਂਡ ਵੀ ਕੈਨ ਈਜ਼ੀਲੀ ਪਰਫਾਰਮ ਇਟ ਈਵਨ ਇਨ ਆਵਰ ਹੋਮ ਆਲਸੋ। ਤੇ ਆ ਜਿਹੜਾ ਅਸੀਂ ਇੱਥੇ ਕਰ ਰਹੇ ਹੈਗੇ ਆ ਪ੍ਰੋਸੈਸ ਸਾਰਾ, ਸੋ ਸਿੰਪਲ ਮਸ਼ੀਨਾਂ ਨਾਲ ਅਸੀਂ ਇਹਨੂੰ ਆਪਰੇਟ ਕਰ ਰਹੇ ਹਾਂ। ਮੈਂ ਇੱਕ ਸਟੈਪ ਐਕਸਪਲੇਨ ਕਰਾਂਗਾ ਇਹਦਾ ਕਿ ਕਿੱਦਾਂ ਇਸ ਪੇਪਰ ਨੂੰ ਅਸੀਂ ਰੀਸਾਈਕਲ ਕਰਦੇ ਹਾਂ। ਤੇ ਜਦੋਂ ਮੈਂ ਪੇਪਰ ਰੀਸਾਈਕਲਿੰਗ ਦੀ ਪ੍ਰੋਪਰ ਪ੍ਰੋਸੈਸ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾ ਸਟੈਪ ਜਿਹੜਾ ਹੈ ਸਾਡਾ ਕਿ ਸਾਨੂੰ ਜਿਹੜਾ ਵੇਸਟ ਪੇਪਰ ਹੈ, ਆਈ ਕੈਨ ਸੇ ਸਕ੍ਰੈਪ ਪੇਪਰ ਵੀ ਕਹਿੰਦੇ ਉਹਨੂੰ ਟੈਕਨੀਕਲੀ ਲੈਂਗੁਏਜ ਦੇ ਵਿੱਚ, ਜਿਹੜਾ ਸਕ੍ਰੈਪ ਪੇਪਰ ਹੈ ਉਹ ਅਸੀਂ ਰਿਸੀਵ ਕਰਦੇ ਹਾਂ ਫਰੋਮ ਦੀ ਰਿਸੀਵਿੰਗ ਐਂਡ। ਉਹ ਸਾਡਾ ਜਨਰਲੀ ਕੀ ਹੁੰਦਾ ਹੈ ਕਿ ਜਿਹੜਾ ਆਫਿਸ ਦਾ ਸਾਡਾ ਜਿੰਨਾ ਵੀ ਪੇਪਰ ਮਟੀਰੀਅਲ ਹੈਗਾ, ਡਾਕੂਮੈਂਟੇਸ਼ਨ ਹੈ, ਉਹ ਜਿਹੜੇ ਆ ਸਾਡੇ ਕੋਲ ਮੇਨ ਹੈ ਉਹਦਾ ਰਾ ਮਟੀਰੀਅਲ। ਉਸ ਤੋਂ ਇਲਾਵਾ ਵੀ ਜਿਹੜਾ ਕਾਲਜ ਜਿਹੜਾ ਕਲਾਸਰੂਮ ਦੇ ਅੰਦਰ ਜਾਂ ਕੈਂਪਸ ਦੇ ਅੰਦਰ ਬੱਚੇ ਜਿਹੜੇ ਵੀ ਕੋਈ ਟਿਸ਼ੂ ਪੇਪਰਸ ਹੈ, ਨੈਪਕਿਨਸ ਹੈ, ਉਹ ਵੀ ਅਸੀਂ ਇੱਥੇ ਰਿਸੀਵ ਕਰਦੇ ਹਾਂ। ਤੇ ਪਹਿਲੇ ਸਟੈਪ ਦੇ ਵਿੱਚ ਦਿਸ ਇਜ਼ ਆਵਰ ਫਸਟ ਸਟੈਪ। ਤੇ ਉਹਦੇ ਵਿੱਚ ਅਸੀਂ ਜਦੋਂ ਆ ਸਾਰੀ ਚੀਜ਼ਾਂ ਰਿਸੀਵ ਕਰ ਲੈਂਦੇ ਹਾਂ, ਫਿਰ ਅਸੀਂ ਸਾਡੀ ਆ ਜਿਹੜੇ ਸੈਟਅਪ ਲਾ ਰੱਖਿਆ ਹੈ ਇਹਦੀ ਵੀ ਕੈਪੈਸਿਟੀ ਹੈਗੀ ਹੈ ਕਿ ਜਿੱਦਾਂ ਮਸ਼ੀਨ ਹੈ ਸਾਡੇ ਕੋਲ ਆ 5 ਤੋਂ ਲੈ ਕੇ 7 ਕਿਲੋ ਪੇਪਰ ਵੇਸਟ ਜੀ ਹੈ ਡੇਲੀ ਰੀਸਾਈਕਲ ਕਰ ਸਕਦੀ ਹੈ। ਇਹਦੀ ਕੈਪੈਸਿਟੀ ਹੈਗੀ ਇੰਨੀ। ਤੇ ਯੂਜੂਲੀ ਜੇ ਮੈਂ ਮੇਰੇ ਕੈਂਪਸ ਦੀ ਗੱਲ ਕਰਾਂ, ਕਿਉਂਕਿ ਅਸੀਂ ਹੋਰ ਵੀ ਕੈਂਪਸ ਨਾਲ ਹੋਰ ਵੀ ਸੋਰਸਿਸ ਨਾਲ ਸਾਡੇ ਕੋਲ ਪੇਪਰ ਆਉਂਦਾ ਰਹਿੰਦਾ ਹੈ, ਤੇ ਅਸੀਂ ਜਨਰਲੀ 10 kg 8 ਤੋਂ ਲੈ ਕੇ 10 kg ਤੱਕ ਰੀਸਾਈਕਲ ਕਰ ਲੈਂਦੇ ਹਾਂ ਹਫਤੇ ਦੇ ਵਿੱਚ। ਤੇ ਆ ਬਹੁਤ ਹੀ ਮਤਲਬ ਇੱਕ ਸਾਡੇ ਜਿਹੜਾ ਇਹਦੇ ਵਿੱਚ ਪਰਪਸ ਹੈ ਉਹ ਸਫੀਸ਼ੀਐਂਟਲੀ ਸੋਲਵ ਹੋ ਜਾਂਦਾ ਹੈ।
ਤੇ ਐਸੇ ਕਰਕੇ ਅਸੀਂ ਇਸੇ ਕੈਪੈਸਿਟੀ ਦੀ ਆ ਮਸ਼ੀਨ ਲਾਈ ਹੋਈ ਹੈ। ਅਦਰਵਾਈਜ਼ ਅਸੀਂ ਅਲੱਗ-ਅਲੱਗ ਕੈਪੈਸਿਟੀ ਦੀ ਮਸ਼ੀਨਾਂ ਵੀ ਮਾਰਕੀਟ 'ਚ ਅਵੇਲੇਬਲ ਹੈ। ਤੇ ਜਦੋਂ ਅਸੀਂ ਸਭ ਤੋਂ ਪਹਿਲੇ ਪੇਪਰ ਰਿਸੀਵ ਕਰ ਲਿਆ, ਉਸ ਤੋਂ ਬਾਅਦ ਜਿਹੜਾ ਉਹਦਾ ਸੈਕਿੰਡ ਸਟੈਪ ਹੈ ਉਹ ਬੜਾ ਸਿੰਪਲ ਹੀ ਹੈ। ਉਹ ਵੀ ਉਹਦੇ ਅੰਦਰ ਅਸੀਂ ਕੀ ਕਰਦੇ ਹਾਂ, ਅਸੀਂ ਸੋਕਿੰਗ ਕਰਦੇ ਹਾਂ। ਸੋਕਿੰਗ ਮਤਲਬ ਸਾਰਾ ਪੇਪਰ ਜਿਹੜਾ ਹੈ ਉਹਨੂੰ ਕਲੀਨ ਕਰਕੇ ਉਹਦੇ ਅੰਦਰ ਜਿਹੜੀ ਵੀ ਕੋਈ ਹੋਰ ਕਿਸੇ ਵੀ ਟਾਈਪ ਦੀ, ਜਿੱਦਾਂ ਕੋਈ ਆਲਪਿਨ ਹੈ ਜਾਂ ਕੋਈ ਵੀ ਆਇਰਨ ਮਟੀਰੀਅਲ ਹੈ ਜਾਂ ਕੋਈ ਹੋਰ ਜਿਹੜੀ ਪਲਾਸਟਿਕ ਸ਼ੀਟਸ ਹੈ, ਸਾਰੀ ਰਿਮੂਵ ਕਰਕੇ ਤੇ ਉਹਨੂੰ ਓਵਰਨਾਈਟ ਅਸੀਂ ਪਾਣੀ ਦੇ ਅੰਦਰ ਡਿਪ ਕਰਕੇ ਰੱਖ ਲੈਂਦੇ ਹਾਂ। ਤੇ ਆ ਸਾਡਾ ਜਿਹੜਾ ਹੈ ਆ ਸੈਕਿੰਡ ਸਟੈਪ ਹੁੰਦਾ ਹੈ। ਤੇ ਥਰਡ ਜਿਹੜਾ ਇਹਦੇ 'ਚ ਗੱਲ ਕਰੀਏ ਵੀ ਉਸ ਤੋਂ ਬਾਅਦ ਕੀ ਕਰਦੇ ਹਾਂ, ਜਿਹੜਾ ਉਸ ਤੋਂ ਬਾਅਦ ਹੈ ਅਸੀਂ ਆ ਜਿਹੜਾ ਸਾਡਾ ਮਿਕਸਚਰ ਹੈ, ਆ ਗ੍ਰਾਈਂਡਰ ਮਸ਼ੀਨ ਕਹਿੰਦੇ ਆ ਇਹਨੂੰ, ਇਹਦੇ ਅੰਦਰ ਉਸ ਨੂੰ ਜਿਹੜਾ ਓਵਰਨਾਈਟ ਸਾਡਾ ਭਿੱਜਿਆ ਹੁੰਦਾ ਸਾਰਾ ਮਟੀਰੀਅਲ, ਉਹ ਅਸੀਂ ਇੱਥੇ ਸ਼ਿਫਟ ਕਰ ਦਿੰਦੇ ਹਾਂ, ਟ੍ਰਾਂਸਫਰ ਕਰ ਦਿੰਦੇ ਹਾਂ। ਤੇ ਆ ਜਿਹੜਾ ਹੈ ਆ ਬਹੁਤ ਹੀ ਇੱਕ ਇੰਪੋਰਟੈਂਟ ਕੰਪੋਨੈਂਟ ਹੈ ਇਸ ਸਾਰੇ ਪ੍ਰੋਸੈਸ ਦਾ। ਇਹਦੇ ਅੰਦਰ ਜਿਹੜਾ ਹੈ ਆ ਸਾਰੀ ਜਿਹੜੀ ਬੇਸਿਕਲੀ ਕੈਮੀਕਲੀ ਜਿਹੜਾ ਹੈ ਪੇਪਰ, ਆ ਸੈਲੂਲੋਜ਼ ਨੂੰ ਕਹਿੰਦੇ ਨੇ। ਸੈਲੂਲੋਜ਼ ਇੱਕ ਆਰਗੈਨਿਕ ਮੈਟਰ ਹੈ, ਪਲਾਂਟ 'ਚ ਮਿਲਦਾ ਜਿਹੜਾ, ਉਹ ਫਾਈਬਰ ਦੇ ਜਿਹੜਾ ਹੈ ਨੈਚੁਰਲੀ ਉਹਦੀ ਇੱਕ ਕੈਪੈਸਿਟੀ ਹੈ ਉਹਦੀ ਐਗਜ਼ਿਸਟ ਕਰਨ ਦੀ, ਕਿ ਉਹ ਫਾਈਬਰਸ ਦੇ ਰੂਪ 'ਚ ਐਗਜ਼ਿਸਟ ਕਰਦਾ ਹੈ। ਤੇ ਆ ਬੇਸਿਕਲੀ ਜਿਹੜਾ ਅਸੀਂ ਪੇਪਰ, ਜਿਹੜਾ ਸਾਡਾ ਵੇਸਟ ਪੇਪਰ ਹੈ, ਸਕ੍ਰੈਪ ਪੇਪਰ ਹੈ, ਉਹਦੇ ਅੰਦਰ ਜਿਹੜੀ ਫਾਈਬਰਸ ਹੈ, ਜਿਹੜੀ ਪ੍ਰੋਸੈਸ ਹੋ ਚੁੱਕੀ ਹੈ, ਉਹਨਾਂ ਨੂੰ ਅਸੀਂ ਦੁਬਾਰਾ ਦੇ ਨਾਲ ਇਹ ਸਾਰੇ ਮਿਕਸਚਰ 'ਚ ਉਹ ਦੁਬਾਰਾ ਨੈਚੁਰਲ ਫਾਰਮ 'ਚ ਆ ਜਾਂਦੀ ਹੈ। ਤੇ ਇੱਕ ਤਰ੍ਹਾਂ ਦੇ ਨਾਲ ਇਹਨੂੰ ਫਿਰ ਅਸੀਂ ਪੂਰੇ ਦਾ ਪੂਰਾ 8 ਤੋਂ ਲੈ ਕੇ 10 ਘੰਟੇ ਤੱਕ ਦੀ ਪੂਰੀ ਗ੍ਰਾਈਂਡਿੰਗ ਹੈ, ਪ੍ਰੋਸੈਸ ਹੈ। ਇਹਨੂੰ ਪ੍ਰੋਪਰ ਇਹਨੂੰ ਜਿਹੜਾ ਹੈ ਮਿਕਸ ਕਰਕੇ ਤੋ ਜਿਹੜਾ ਕੈਮੀਕਲ ਰਿਐਕਸ਼ਨ ਜਿਹੜੀ ਹੈ, ਸੈਲੂਲੋਜ਼ ਪੂਰੇ ਦਾ ਪੂਰਾ ਜਿਹੜਾ ਹੈ ਉਹ ਸਕ੍ਰੈਪ ਪੇਪਰ ਤੋਂ ਬਾਹਰ ਆ ਜਾਊਗਾ। ਤੇ ਆਪਾਂ ਉਹਨੂੰ ਫਿਰ ਜਿਹੜਾ ਹੈ ਸਲਰੀ ਦੀ ਫਾਰਮ 'ਚ ਅਸੀਂ ਕਹਿ ਸਕਦੇ ਹਾਂ, ਔਰ ਪਲਪ ਵੀ ਜਿਹਨੂੰ ਕਹਿੰਦੇ ਆ, ਪਲਪ ਜਾਂ ਸਲਰੀ ਕਹਿ ਸਕਦੇ ਹਾਂ ਅਸੀਂ। ਤੋ ਆ ਇਸ ਮਿਕਸਚਰ 'ਚ ਸਾਡਾ ਤਿਆਰ ਹੋ ਜਾਂਦਾ ਹੈ। ਇਹਦੇ ਅੰਦਰ ਇੱਕ ਹੋਰ ਚੀਜ਼ ਵੀ ਅਸੀਂ ਕਰਦੇ ਹਾਂ, ਜਿੱਦਾਂ ਤੁਸੀਂ ਕਲਰ ਦੇਖ ਰਹੇ ਹੋਗੇ ਮੈਮ, ਆ ਕਲਰ ਵੀ ਅਸੀਂ ਵੱਖ-ਵੱਖ ਜਿੱਦਾਂ, ਕਿਉਂਕਿ ਅਸੀਂ ਪ੍ਰਿਪੇਅਰ ਕਰਦੇ ਹਾਂ ਫਾਈਲਾਂ, ਕਾਰਡਬੋਰਡ, ਬਹੁਤ ਸਾਰੇ ਪੇਪਰ ਜਿਹੜਾ ਅਸੀਂ ਪ੍ਰੋਡਕਟ ਤਿਆਰ ਕਰ ਸਕਦੇ ਹਾਂ ਆਪਣੇ ਕਾਲਜ ਦੇ ਵਿੱਚ। ਤੇ ਆ ਅਲੱਗ-ਅਲੱਗ ਕਲਰ ਵੀ ਅਸੀਂ ਇਹਦੇ ਅੰਦਰ ਡਾਲ ਦਿੰਦੇ ਹਾਂ। ਤੇ ਆ ਕਲਰ ਵੀ ਆਰਗੈਨਿਕ ਹੈ, ਪਿਓਰ ਕੈਮੀਕਲ ਕੁਝ ਨਹੀਂ ਹੈ। ਅੱਛਾ, ਜਿੱਦਾਂ ਦਾ ਮਤਲਬ ਕਲਰ ਚਾਹੀਦਾ ਚੀਜ਼ ਹੈ ਜੋ ਤੁਸੀਂ ਬਣਾਉਣ ਜਾ ਰਹੇ ਹੋ, ਉਹ ਵੀ ਤੁਸੀਂ ਖੁਦ ਡਿਸਾਈਡ ਕਰਦੇ ਹੋ? ਹਾਂਜੀ ਹਾਂਜੀ, ਬਿਲਕੁਲ, ਕਲਰ ਕੋਈ ਵੀ ਦੇ ਸਕਦੇ ਹੋ। ਤੇ ਉਹ ਕਲਰ ਵੀ ਆਰਗੈਨਿਕ ਹੈ ਮੈਮ, ਅਸੀਂ ਕੈਮੀਕਲ ਨਹੀਂ ਯੂਜ਼ ਕਰਦੇ। ਰੀਸਾਈਕਲ ਕਰਕੇ ਕਿਹੜੀਆਂ ਚੀਜ਼ਾਂ ਜਿਹੜੀਆਂ ਆਪਾਂ ਇਹ ਤੋਂ ਬਣਾ ਸਕਦੇ ਹਾਂ? ਅਸੀਂ ਜਿਹੜਾ ਆਪਣੇ ਕੈਂਪਸ ਦੇ ਵਿੱਚ ਹੈ, ਜਿਹੜਾ ਸਭ ਤੋਂ ਇੰਪੋਰਟੈਂਟ ਚੀਜ਼ ਬਣਾ ਰਹੇ ਹਾਂ ਉਹ ਫਾਈਲਾਂ ਹੈ। ਸਾਡੇ ਜਿੰਨੇ ਵੀ ਫਾਈਲ ਕਵਰ ਹੈ ਸਾਡੇ ਡਿਪਾਰਟਮੈਂਟ 'ਚ, ਆਫਿਸ 'ਚ ਜਿਹੜੇ ਵੀ ਯੂਜ਼ ਹੁੰਦੇ ਨੇ, ਅਸੀਂ ਉਹ ਇੱਥੋਂ ਹੀ ਬਣਾਉਂਦੇ ਹਾਂ ਸਾਰੇ ਦੇ ਸਾਰੇ। ਤੇ ਇਸ ਤੋਂ ਇਲਾਵਾ ਵੀ ਅਸੀਂ ਜਿਹੜੇ ਹੈ, ਜਿੱਦਾਂ ਕੋਈ ਗ੍ਰੀਟਿੰਗ ਕਾਰਡਸ ਹੈ ਜਾਂ ਜਿੱਦਾਂ ਕੋਈ ਹੋਰ ਕਾਰਡਬੋਰਡ ਹੈ, ਕੋਈ ਹਾਰਡ ਸ਼ੀਟਸ ਵੀ ਹੈ ਸਾਨੂੰ ਚਾਹੀਦੇ ਹੁੰਦੇ ਹੈ, ਚਾਰਟ ਫਾਰਮ ਵੀ ਪੇਪਰ 'ਚ ਵੀ ਅਸੀਂ ਬਣਾਉਂਦੇ ਹਾਂ। ਤੇ ਆ 3-4 ਤਰ੍ਹਾਂ ਦੇ ਪ੍ਰੋਡਕਟ ਜਿਹੜੇ ਅਸੀਂ ਇੱਥੇ ਸਕਸੈਸਫੁਲੀ ਬਣਾ ਰਹੇ ਹਾਂ। ਤੇ ਕਿਉਂਕਿ ਰੀਸਾਈਕਲ ਕਰ ਰਹੇ ਹਾਂ ਅਸੀਂ, ਰੀਸਾਈਕਲ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ, ਨੈਚੁਰਲੀ ਪ੍ਰੋਸੈਸ ਪ੍ਰੋਬਲਮ ਹੈ ਸਾਇੰਟੀਫਿਕਲੀ, ਕਿ ਅਸੀਂ ਉਸ ਫਾਰਮ ਦੇ ਅੰਦਰ ਤਾਂ ਸਿੰਪਲ ਨਹੀਂ ਲਿਆ ਸਕਦੇ ਪੇਪਰ ਨੂੰ, ਬਟ ਵੀ ਕੈਨ ਜਨਰੇਟ ਅਦਰ ਪ੍ਰੋਡਕਟਸ ਆਲਸੋ ਵਿਚ ਆਰ ਇਕੁਅਲੀ ਇੰਪੋਰਟੈਂਟ, ਕਿਉਂਕਿ ਉਹ ਵੀ ਸਾਡੇ ਜਿਹੜਾ ਹੈ ਰੋਜ਼ਮਰਾ ਦਾ ਹਿੱਸਾ ਹੈ। ਫਾਈਲ ਵੀ ਚਾਹੀਦੀ ਹੈ ਸਾਨੂੰ, ਸਾਰੀ ਚੀਜ਼ਾਂ ਚਾਹੀਦੀਆਂ, ਤੇ ਅਸੀਂ ਉਹ ਸਕਸੈਸਫੁਲੀ ਇਹਦੇ ਅੰਦਰ ਬਣਾ ਰਹੇ ਹਾਂ। ਅੱਛਾ, ਕਿੰਨਾ ਕੁ ਖਰਚਾ ਜਦੋਂ ਆਪਾਂ ਯੂਨਿਟ ਦੀ ਗੱਲ ਕਰਦੇ ਹਾਂ, ਕਿਉਂਕਿ ਨਾਰਮਲੀ ਜਦੋਂ ਆਪਾਂ ਗੱਲ ਕਰਦੇ ਹਾਂ ਸਰਕਾਰਾਂ ਦੀ, ਹੈ ਨਾ, ਹਰ ਚੀਜ਼ ਦੇ ਲਈ ਸਬਸਿਡੀ ਦਿੱਤੀ ਜਾਂਦੀ ਹੈ, ਗ੍ਰਾਂਟਾਂ ਦਿੱਤੀਆਂ ਜਾਂਦੀਆਂ। ਅਗਰ ਆਪਾਂ ਪਿੰਡਾਂ ਦੀ ਗੱਲ ਕਰੀਏ ਜਾਂ ਸ਼ਹਿਰਾਂ ਦੀ ਗੱਲ ਕਰੀਏ, ਇਦਾਂ ਦੀ ਹਜੇ ਤੱਕ ਅਸੀਂ ਕੋਈ ਵੀ ਸਕੀਮ ਨਹੀਂ ਗਵਰਨਮੈਂਟ ਦੀ ਸੁਣੀ ਕਿ ਜਿਹੜਾ ਉਹਨੇ ਰੀਸਾਈਕਲਿੰਗ ਜਿਹੜਾ ਯੂਨਿਟ ਹੈ ਲਗਾਉਣ ਦੇ ਲਈ ਕਿਸੇ ਨੂੰ ਫੰਡਸ ਦਿੱਤੇ ਹੋਣ ਜਾਂ ਪੈਸਾ ਦਿੱਤਾ ਹੋਵੇ। ਆਖਰ ਕਿੰਨਾ ਕੁ ਖਰਚਾ ਆਉਂਦਾ ਜਿਹੜਾ ਗਵਰਨਮੈਂਟ ਵੀ ਪੈਸਾ ਨਹੀਂ ਦੇ ਰਹੀ ਇਹਦੇ ਬਾਰੇ? ਐਕਚੁਅਲੀ ਕੀ ਹੈ ਕਿ ਅਵੇਅਰਨੈਸ ਦੀ ਥੋੜੀ ਘਾਟ ਹੈ। ਤੇ ਬਾਕੀ ਹੋਰ ਕੋਈ ਖਰਚੇ ਵਾਲੀ ਕੋਈ ਜ਼ਿਆਦਾ ਪ੍ਰੋਸੈਸ ਨਹੀਂ ਹੈਗਾ। ਇਟਸ ਅ ਵੈਰੀ ਇਕੋਨੋਮਿਕਲ ਪ੍ਰੋਸੈਸ। ਤੇ ਇੱਕ ਸ਼ੀਟ ਦੇ ਜੇ ਮੈਂ ਗੱਲ ਕਰਾਂ ਤਾਂ ਸਾਡੀ ਜਿਹੜੀ ਕੋਸਟ ਆ ਉਹ 1 ਰੁਪਏ ਤੋਂ ਵੀ ਘੱਟ ਆਊਗੀ। ਤੇ ਬਹੁਤ ਹੀ ਚੀਪ ਤੇ ਇਕੋਨੋਮਿਕਲੀ ਇਕੋ ਫਰੈਂਡਲੀ ਆ ਸਾਡਾ ਸਾਰਾ ਪ੍ਰੋਸੈਸ ਹੈ। ਤੇ ਬਾਕੀ ਜਿਹੜੀ ਗਵਰਨਮੈਂਟ ਦੀ ਪ੍ਰਮੋਸ਼ਨ ਹੈ ਜਾਂ ਦੇਖੋ ਵਿਜ਼ਨ ਹੈ ਹਰ ਬੰਦੇ ਦਾ, ਸਾਡੇ ਪ੍ਰਿੰਸੀਪਲ ਮੈਡਮ ਦਾ ਵਿਜ਼ਨ ਸੀਗਾ, ਉਹਨਾਂ ਨੇ ਆ ਬਹੁਤ ਆਂਦੇ ਹੀ ਇਸ ਚੀਜ਼ ਨੂੰ ਐਸਟੈਬਲਿਸ਼ ਕੀਤਾ। ਤੇ ਅੱਜ ਅਸੀਂ ਬਹੁਤ ਜਿਹੜਾ ਹੈ ਇਨ ਟਰਮਸ ਆਫ ਜਿਹੜਾ ਮਨੀ ਹੈ, ਇਨ ਟਰਮਸ ਆਫ ਜਿਹੜਾ ਇਨਵਾਇਰਨਮੈਂਟ ਹੈ, ਇਨ ਟਰਮਸ ਆਫ ਹਰ ਤਰ੍ਹਾਂ ਦੀ ਜਿਹੜੀ ਅਸੀਂ ਇੱਥੇ ਸੇਵਿੰਗਸ ਦੇ ਪਾਰਟ ਦੇ ਵਿੱਚ ਇਹਨੂੰ ਪ੍ਰੋਡਿਊਸ ਕਰ ਰਹੇ ਹਾਂ। ਇਸੇ ਤਰੀਕੇ ਨਾਲ ਜੇ ਅਸੀਂ ਹੋਰ ਵੀ ਇਹਨੂੰ ਐਕਸਪੈਂਡ ਕਰਾਂਗੇ, ਹੋਰ ਜੇ ਸਾਨੂੰ ਕੋਈ ਮਤਲਬ ਐਜ਼ ਅ ਕੋਈ ਇਨ ਦੀ ਫਾਰਮ ਆਫ ਗਵਰਨਮੈਂਟ ਜੇ ਕੋਈ ਗ੍ਰਾਂਟਸ ਹੋਰ ਕੋਈ ਮਿਲੇਗੀ ਤਾਂ ਅਸੀਂ ਇਸ ਪ੍ਰੋਸੈਸ ਨੂੰ ਹੋਰ ਜ਼ਿਆਦਾ ਰਿਫਾਈਨ ਕਰ ਸਕਦੇ ਹਾਂ ਤੇ ਅਸੀਂ ਹੋਰ ਜ਼ਿਆਦਾ ਅੱਛੀ ਕੁਆਲਿਟੀ ਦਾ ਜਿਹੜਾ ਹੈ ਪ੍ਰੋਡਕਟਸ ਨੂੰ ਤਿਆਰ ਕਰ ਸਕਦੇ ਹਾਂ। ਅਸੀਂ ਹੋਰ ਵੀ ਸੋਰਸਿਸ ਨੂੰ ਇਨਕਲੂਡ ਕਰ ਸਕਦੇ ਹਾਂ ਆਪਦੇ ਨਾਲ, ਜਿੱਦਾਂ ਐਟ ਪ੍ਰੈਜ਼ੈਂਟ ਅਸੀਂ ਮਿਊਨਿਸਪਲ ਕਾਰਪੋਰੇਸ਼ਨ ਦਾ ਵੇਸਟ ਸਾਡੇ ਕੋਲੇ ਆਉਂਦਾ ਹੈ, ਕਈ ਹੋਰ ਵੀ ਜਿਹੜੇ ਛੋਟੇ ਛੋਟੇ ਬਿਜ਼ਨਸ ਵਾਲੇ ਹੈ ਜਿਹੜੇ ਉਹ ਵੀ ਸਾਡੇ ਕੋਲੇ ਆਉਂਦੇ ਨੇ ਰੀਸਾਈਕਲ ਕਰਾਉਣ, ਐਂਡ ਵੀ ਆਰ ਗਿਵਿੰਗ ਦੈਮ ਪ੍ਰੋਡਕਟ ਅਸੀਂ ਤਿਆਰ ਕਰਕੇ ਉਹ ਲੈ ਕੇ ਜਾਂਦੇ ਨੇ ਸਾਡੇ ਕੋਲ। ਅੱਛਾ, ਜਿਹੜੇ ਰੀਸਾਈਕਲਿੰਗ ਕਰਾ ਕੇ ਤੁਹਾਡੇ ਕੋਲ ਲੈ ਕੇ ਜਾਂਦੇ ਆ, ਮਾਰਕੀਟ ਪ੍ਰਾਈਸ ਦੇ ਅਕੋਰਡਿੰਗਲੀ ਜੇ ਤੁਹਾਡੇ ਕੋਲ ਲੈ ਕੇ ਜਾਂਦੇ ਕਿ ਉਹ ਫ੍ਰੀ ਆਫ ਕਾਸਟ ਲੈ ਕੇ ਜਾਂਦੇ ਜਾਂ ਉਹਨਾਂ ਨੂੰ ਕੁਝ ਚਾਰਜ ਕਰਨਾ ਪੈਂਦਾ? ਜੇ ਚਾਰਜ ਕਰਨਾ ਪੈਂਦਾ ਤੇ ਮਾਰਕੀਟ ਪ੍ਰਾਈਸ ਤੋਂ ਕੀ ਫਰਕ ਹੈ ਉਹਦਾ?
ਬਹੁਤ ਹੀ ਚੀਪ ਹੈ ਮੈਮ, ਬਹੁਤ ਹੀ ਮਾਰਕੀਟ ਪ੍ਰਾਈਸ ਦੇ ਤਾਂ ਖੈਰ ਇਹਦੇ ਅੰਦਰ ਕੋਈ ਕੰਪੈਰੀਜ਼ਨ ਹੈ ਹੀ ਨਹੀਂ, ਕਿਉਂਕਿ ਆ ਜਿਹੜੀ ਡਿਵਾਈਸ ਹੈ ਬਹੁਤ ਹੀ ਸਿੰਪਲ ਹੈ ਤੇ ਇਸ ਸਟੇਜ ਦੇ ਉਸੇ ਅਸੀਂ ਕੋਈ ਜ਼ਿਆਦਾ ਉਹਨਾਂ ਕੋਲੋਂ ਚਾਰजेस ਨਹੀਂ ਲੈਂਦੇ। ਸਾਡੇ ਜਿਹਨੇ ਬੇਸਿਕ ਜਿਹੜੇ ਚਾਰजेस ਹੁੰਦੇ ਨੇ ਅਸੀਂ ਉਹੀ ਕਰਕੇ ਉਹਨਾਂ ਨੂੰ ਜਿਹੜੀ ਹੈ ਉਹ ਚੀਜ਼ ਸਪਲਾਈ ਕਰ ਦਿੰਦੇ ਆ, ਕਿਉਂਕਿ ਐਟ ਪ੍ਰੈਜ਼ੈਂਟ ਅਸੀਂ ਇਹਨੂੰ ਐਜ਼ ਏ ਕਮਰਸ਼ੀਅਲ ਨਹੀਂ ਐਸਟੈਬਲਿਸ਼ ਕੀਤਾ ਹੋਇਆ। ਸਾਡਾ ਜਿਹੜਾ ਪਰਪਸ ਹੈ ਜਸਟ ਟੂ ਇਨਕਰੇਜ ਦਿਸ ਪ੍ਰੈਕਟਿਸ, ਤੇ ਤਾਂ ਕਿ ਜ਼ਿਆਦਾ ਲੋਕ ਮੋਟੀਵੇਟ ਹੋਣ ਤੇ ਜ਼ਿਆਦਾ ਲੋਕ ਸੈਂਸਿਟਾਈਜ਼ ਹੋਣ ਅਬਾਊਟ ਆਲ, ਕਿਉਂਕਿ ਅੱਜ ਕੱਲ੍ਹ ਦੇ ਟਾਈਮ ਪੋਲਿਊਸ਼ਨ ਦਾ ਹਰ ਬੰਦਾ ਜਿਹੜਾ ਹੈ ਸਾਡਾ ਇਨਵਾਇਰਨਮੈਂਟ ਦੇ ਸ਼ਿਕਾਰ ਹੋ ਰਿਹਾ ਤੇ ਅਵੇਅਰ ਵੀ ਹੈ, ਤੇ ਸਾਡਾ ਐਟ ਪ੍ਰੈਜ਼ੈਂਟ ਆਹੀ ਪਰਪਸ ਹੈ। ਬਟ ਅਗਰ ਸਾਨੂੰ ਕੋਈ ਇਸ ਤਰ੍ਹਾਂ ਦੀ ਕੋਈ ਗ੍ਰਾਂਟ ਜਾਂ ਕੋਈ ਹੋਰ ਮੋਟੀਵੇਸ਼ਨ ਮਿਲਦੀ ਹੈ ਤੇ ਫਿਰ ਅਸੀਂ ਸੋਚ ਸਕਦੇ ਹਾਂ ਇਹਨੂੰ ਕਿ ਵੀ ਕੈਨ ਚਾਰਜ ਸਮਥਿੰਗ ਫਰੋਮ them ਐਂਡ ਦੈਨ ਵੀ ਕੈਨ ਸਪਲਾਈ ਦੀ ਪ੍ਰੋਡਕਟ। ਜਦੋਂ ਆਪਾਂ ਸਕਿੱਲ ਓਰੀਐਂਟਡ ਕੋਰਸਿਸ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਕੋਈ ਇਹ 'ਚ ਸ਼ੱਕ ਨਹੀਂ ਹੈ ਕਿ ਸਕਿੱਲ ਵਾਲੇ ਜਿਹੜੇ ਕੋਰਸਿਸ ਜਿਹੜੇ ਵੱਖ-ਵੱਖ ਇੰਸਟੀਟਿਊਸ਼ਨ ਚਾਹੇ ਸਰਕਾਰੀ ਚਾਹੇ ਪ੍ਰਾਈਵੇਟ ਕਰਾਏ ਜਾ ਰਹੇ ਆ, ਪਰ ਡਾਕਟਰ ਸਾਹਿਬ ਕੀ ਨਹੀਂ ਲੱਗਦਾ ਤੁਹਾਨੂੰ ਕਿ ਜਿਹੜੇ ਇਦਾਂ ਦੇ ਕੋਰਸਿਸ ਨੇ, ਜਿਹੜੇ ਪੇਪਰ ਰੀਸਾਈਕਲਿੰਗ ਇਦਾਂ ਦਾ ਇੱਕ ਬਕਾਇਦਾ ਕੋਰਸ ਹੋਣਾ ਚਾਹੀਦਾ ਜਿਹਦੇ ਵਿੱਚ ਬੱਚੇ ਜਿੱਦਾਂ ਏਸੀ ਪਲੰਬਰ ਆ, ਵੈਲਡਰ ਆ, ਇਲੈਕਟ੍ਰੀਸ਼ੀਅਨ ਆ, ਬੇਸਿਕ ਵਾਲੇ ਜਿਹਦੇ ਨਾਲ ਬੱਚੇ ਖੁਦ ਆਪਣਾ ਯੂਨਿਟ ਲਗਾ ਕੇ ਇੰਪਲੋਇਮੈਂਟ ਜਨਰੇਟ ਜਿਹੜੇ ਕਰਦੇ ਆ, ਤੇ ਇਸ ਸੈਗਮੈਂਟ ਦੇ ਵਿੱਚ ਵੀ ਇੱਕ ਤਾਂ ਜਾਗਰੂਕਤਾ ਆਊਗੀ, ਇਨਵਾਇਰਨਮੈਂਟ ਸਾਡਾ ਬਚੂਗਾ, ਪੋਲਿਊਸ਼ਨ ਘਟੂਗਾ ਤੇ ਬੱਚੇ ਦੂਜਿਆਂ ਨੂੰ ਵੀ ਰੋਜ਼ਗਾਰ ਦੇ ਸਕਦੇ ਤੇ ਆਪਣੇ ਲਈ ਵੀ ਰੋਜ਼ਗਾਰ ਪੈਦਾ ਕਰ ਸਕਦੇ ਆ। ਬਿਲਕੁਲ ਸਟਰੋਂਗਲੀ ਐਗਰੀ ਕਰਦਾ ਮੈਂ ਮੈਡਮ ਸਿੱਧੂ ਤੁਹਾਡੇ ਨਾਲ। ਤੁਸੀਂ ਬਹੁਤ ਹੀ ਇੱਕ ਸੈਂਸਿਟਿਵ ਜਿਹੜਾ ਇਸ਼ੂ ਹੈ ਉਹ ਚੱਕਿਆ ਹੈ, ਕਿਉਂਕਿ ਦੇਖੋ ਅਸੀਂ ਚੀਜ਼ ਕਰ ਹੀ ਰਹੇ ਹਾਂ ਤੇ ਅਸੀਂ ਪ੍ਰੋਡਕਟ ਵੀ ਤਿਆਰ ਕਰ ਰਹੇ ਹਾਂ, ਲੇਕਿਨ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਕਿ ਸਾਡੀ ਜਿਹੜੀ ਜਨਰੇਸ਼ਨ ਹੈ ਜਿਹੜੀ, ਕਿਉਂਕਿ ਆਈ ਐਮ ਆਲਸੋ ਏ ਟੀਚਰ ਤੇ ਮੈਂ ਵੀ ਇੱਥੇ ਐਜ਼ ਏ ਲੈਕਚਰਰ ਕੰਮ ਕਰ ਰਿਹਾ, ਤੇ ਅਸੀਂ ਜਿਹੜੇ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਸੈਂਸਿਟਾਈਜ਼ ਕਿੱਦਾਂ ਕਰ ਸਕਦੇ ਹਾਂ ਉਹ ਸਭ ਤੋਂ ਇੰਪੋਰਟੈਂਟ ਪਾਰਟ ਹੈ। ਤੇ ਸਭ ਤੋਂ ਜਿਹੜਾ ਤੁਸੀਂ ਹੁਣ ਦੱਸਿਆ ਵੀ ਅਸੀਂ ਇੱਕ ਤਾਂ ਕਰਿਕੂਲਮ ਜਿਹੜਾ ਹੈ ਉਹਨਾਂ ਦੇ ਉਹ ਨੋਟ ਓਨਲੀ ਸਾਇੰਸ, ਅਦਰ ਸਬ ਸਟਰੀਮ ਦੇ ਬੱਚਿਆਂ ਦੇ ਵੀ ਕਰਿਕੂਲਮ ਦਾ ਇੰਪੋਰਟੈਂਟ ਜਿਹੜਾ ਹੈ ਇੰਟੀਗਰਲ ਕੰਪੋਨੈਂਟ ਹੋਣਾ ਚਾਹੀਦਾ, ਤਾਂ ਕਿ ਬੱਚੇ ਇਹਨੂੰ ਸਾਇੰਟੀਫਿਕਲੀ ਤੇ ਇਹਦੇ ਸਾਰਾ ਪ੍ਰੋਸੈਸ ਨੂੰ ਸਟੱਡੀ ਕਰਨ ਤਾਂ ਉਹਦਾ ਨਤੀਜਾ ਹੋਊਗਾ ਕਿ ਦੇ ਕੈਨ ਆਲਸੋ ਰੀਸਾਈਕਲ ਇਨ देयर ਹੋਮ ਆਲਸੋ ਐਂਡ ਦੇ ਕੈਨ ਆਲਸੋ ਕ੍ਰੀਏਟ ਅਵੇਅਰਨੈਸ ਐਂਡ ਮੋਰ ਓਵਰ ਦੇ ਆਲਸੋ ਬਿਕਮ ਸੈਂਸਿਟਾਈਜ਼ ਅਬਾਊਟ ਦਿਸ ਇਸ਼ੂ। ਤੇ ਮੈਂ ਬਿਲਕੁਲ ਸਟਰੋਂਗਲੀ ਐਗਰੀ ਕਰਦਾ ਇਸ ਗੱਲ ਨੂੰ, ਤੇ ਅਸੀਂ ਵੀ ਅਲੱਗ-ਅਲੱਗ ਪਲੇਟਫਾਰਮ ਦੇ ਉੱਤੇ ਇਹਨੂੰ ਰਿਕਮੈਂਡ ਵੀ ਕਰਦੇ ਹਾਂ ਕਿ ਆਹ ਚੀਜ਼ ਜਿਹੜੀ ਹੈ ਉਹ ਬਿਲਕੁਲ ਕਰਿਕੂਲਮ ਦਾ ਪਾਰਟ ਹੋਣਾ ਚਾਹੀਦਾ ਹੈ ਬੱਚਿਆਂ ਦੇ, ਤੇ ਹਾਇਰ ਫਰੋਮ ਬੇਸਿਕ ਜਿਹੜੀ ਪ੍ਰਾਈਮ ਨਾਲ ਕਹਿ ਸਕਦੇ ਹੋ ਤੁਸੀਂ, ਜਿਹੜੀ ਆਪਣੀ ਸਕੂਲਿੰਗ ਐਜੂਕੇਸ਼ਨ ਤੋਂ ਲੈ ਕੇ ਕਾਲਜ ਐਜੂਕੇਸ਼ਨ ਤੱਕ ਆ ਬਿਲਕੁਲ ਪਾਰਟ ਹੋਣਾ ਚਾਹੀਦਾ, ਤਾਂ ਕਿ ਬੱਚੇ ਇਹਨੂੰ ਜ਼ਿਆਦਾ ਸਾਇੰਟੀਫਿਕਲੀ ਸਟੱਡੀ ਕਰ ਲੈਣ ਤੇ ਆਪਣਾ ਜਿਹੜਾ ਵੀ ਹੈ ਉਹਨਾਂ ਦਾ, ਕਿਉਂਕਿ ਜਿੰਨਾ ਬੱਚਾ ਦੇਖੋ ਪ੍ਰੋਸੈਸ ਦਾ ਉਹੀ ਗੱਲ ਹੈ ਨਾ ਕਿ ਜਿੰਨਾ ਅਸੀਂ ਉਹਦੇ ਬਾਰੇ ਰਿਸਰਚ ਕਰਾਂਗੇ, ਜਿੰਨਾ ਅਸੀਂ ਉਹਦੇ ਬਾਰੇ ਮੈਕਸਿਮਮ ਇਨਫੋਰਮੇਸ਼ਨ ਅਸੀਂ ਉਹਨੂੰ ਲੈ ਸਕਦੇ ਹਾਂ, ਉਨਾ ਹੀ ਅਸੀਂ ਜ਼ਿਆਦਾ ਪ੍ਰੋਸੈਸ ਨੂੰ ਐਫੀਸ਼ੀਐਂਟਲੀ ਬਣਾ ਸਕਦੇ ਹਾਂ, ਉਹਦੇ ਪ੍ਰੋਡਕਟ ਦੀ ਕੁਆਲਿਟੀ ਨੂੰ ਵਧਾ ਸਕਦੇ ਹਾਂ ਜੀ। ਤੇ ਆਹ ਸਾਰੀ ਚੀਜ਼ਾਂ ਉਦੋਂ ਹੀ ਹੋ ਸਕਦੀਆਂ ਜਦੋਂ ਪ੍ਰੋਪਰ ਇੱਕ ਰਿਸਰਚ ਦਾ ਬੱਚਾ ਇਹਨੂੰ ਲਵੇ, ਪ੍ਰੋਜੈਕਟ ਨੂੰ ਲਵੇ ਤੇ ਇਹਦੇ ਉੱਤੇ ਕਰਕੇ ਦੇਖੇ ਤੇ ਆਪਣੇ ਜਿੰਨੇ ਵੀ ਜੋ ਵੀ ਉਹ ਪ੍ਰੋਸੈਸ ਨੂੰ ਇੰਪਲੋਏ ਹੁੰਦੇ ਨੇ ਉਹ ਯੂਜ਼ ਕਰਕੇ ਤੇ ਵਧੀਆ ਕੁਆਲਿਟੀ ਦਾ ਜਿਹੜਾ ਪ੍ਰੋਡਕਟ ਹੈ ਅਸੀਂ ਪ੍ਰੋਡਿਊਸ ਕਰੀਏ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਸਿੱਖਿਆ ਦਾ ਮਤਲਬ ਸਿਰਫ ਇੱਕ ਕਿਤਾਬੀ ਗਿਆਨ ਪ੍ਰਾਪਤ ਕਰਕੇ ਨੰਬਰ ਲੈ ਕੇ ਪਾਸ ਹੋਣਾ ਨਹੀਂ ਹੈ। ਜਿਹੜੀ ਅਸੀਂ ਗੱਲ ਕਰ ਰਹੇ ਹਾਂ ਪੇਪਰ ਰੀਸਾਈਕਲਿੰਗ ਯੂਨਿਟ ਦੀ, ਉਹ ਵੀ ਇੱਕ ਸਿੱਖਿਆ ਦਾ ਬਹੁਤ ਵੱਡਾ ਹਿੱਸਾ ਆ, ਕਿਉਂਕਿ ਜਦੋਂ ਪੋਲਿਊਸ਼ਨ ਨੂੰ ਘੱਟ ਕਰਨ ਦੀ, ਪ੍ਰਦੂਸ਼ਣ ਨੂੰ ਇਨਵਾਇਰਨਮੈਂਟ 'ਚੋਂ ਘੱਟ ਕਰਨ ਦੀ ਗੱਲ ਕਰਦੇ ਹਾਂ, ਸਭ ਤੋਂ ਵੱਡਾ ਰੋਲ ਅਦਾ ਕਰਦੇ ਨੇ। ਸੋ ਸਾਡੀ ਇਹ ਗੁਜ਼ਾਰਿਸ਼ ਹੈ ਸਰਕਾਰਾਂ ਦੇ ਅੱਗੇ ਕਿ ਇੱਦਾਂ ਦੇ ਕੋਰਸਿਸ, ਈਵਨ ਕਿ ਜਦੋਂ PhD ਵੀ ਜਿਹੜੇ ਪਰਸਿਊ ਕਰਦੇ ਨੇ, ਕਿ PhD ਕਰਨਾ ਚਾਹੁੰਦੇ ਨੇ, ਆਪਣਾ ਸਬਜੈਕਟ, ਆਪਣਾ ਟੌਪਿਕ ਜਿਹੜਾ ਇੱਦਾਂ ਦੇ ਇਸ਼ੂ ਦੇ ਉੱਤੇ, ਮੁੱਦਿਆਂ ਦੇ ਉੱਤੇ ਉਹਨਾਂ ਨੂੰ ਲੈਣਾ ਚਾਹੀਦਾ, ਤਾਂ ਕਿ ਹੋਰਾਂ ਦਾ ਵੀ ਮਾਰਗਦਰਸ਼ਨ ਕੀਤਾ ਜਾ ਸਕੇ। ਇਸ ਸਮੇਂ ਬੱਚਿਆਂ ਨੂੰ ਮਹਿੰਗੇ ਫੋਨਾਂ ਤੋਂ ਬਿਨਾਂ, ਮਹਿੰਗੇ ਕੱਪੜਿਆਂ ਤੋਂ ਬਿਨਾਂ, AC ਤੋਂ ਬਿਨਾਂ ਸਭ ਤੋਂ ਜ਼ਿਆਦਾ ਜੇ ਜ਼ਰੂਰਤ ਹੈ ਉਹ ਇਨਵਾਇਰਨਮੈਂਟਲ ਜਿਹੜੇ ਇਸ਼ੂਜ਼ ਨੇ ਉਹ 'ਤੇ ਸਟੱਡੀ ਕਰਨ ਦੀ ਲੋੜ ਹੈ, ਤਾਂ ਕਿ ਵਾਤਾਵਰਨ ਨੂੰ ਬਚਾ ਸਕੀਏ, ਆਉਣ ਵਾਲੀਆਂ ਨਸਲਾਂ ਨੂੰ ਬਚਾ ਸਕੀਏ ਤੇ ਅਸੀਂ ਸਾਰੇ ਸਾਫ਼ ਸੁਥਰੀ ਹਵਾ ਦੇ ਵਿੱਚ। ਤੇ ਇੱਕ ਗੱਲ ਮੈਂ ਕਹਿਣਾ ਚਾਹ ਰਿਹਾ ਆਪਦੇ ਦਰਸ਼ਕਾਂ ਨੂੰ ਕਿ ਕੋਈ ਵੀ ਹੋਰ ਜੇ ਤੁਹਾਨੂੰ ਇਸ ਬਾਬਤ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਪੇਪਰ ਰੀਸਾਈਕਲਿੰਗ ਯੂਨਿਟ ਦੇ ਵੀ ਪ੍ਰੈਕਟੀਕਲ ਤੌਰ ਤੇ ਅਸੀਂ ਇਹਨੂੰ ਕਿੱਦਾਂ ਕਰਕੇ ਸਾਰੇ ਪ੍ਰੋਸੈਸ ਨੂੰ ਕਰਕੇ ਤੇ ਪ੍ਰੋਡਕਟ ਬਣਾ ਰਹੇ ਹਾਂ, ਤੁਸੀਂ ਸਾਡੇ ਕਾਲਜ ਦੇ ਫੋਨ ਨੰਬਰ HMV ਕਾਲਜ ਦੇ ਫੋਨ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਤੇ ਸਾਡਾ ਫੋਨ ਨੰਬਰ ਪਲੀਜ਼ ਨੋਟ ਕਰ ਲਓ 018122533710। ਆ ਸਾਡੇ ਕਾਲਜ ਦਾ ਫੋਨ ਨੰਬਰ ਹੈ। ਕਿਸੇ ਵੀ ਤਰੀਕੇ ਬਾਰੇ ਕੋਈ ਵੀ ਇਨਫੋਰਮੇਸ਼ਨ ਜੇ ਚਾਹੀਦੀ ਹੈ ਅਸੀਂ ਅਵੇਲੇਬਲ ਹੈਗੇ ਹਾਂ, ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਇਸ ਪ੍ਰੈਕਟਿਸ ਨੂੰ ਅਪਣਾਓਗੇ, ਤੁਸੀਂ ਵੀ ਇਸ ਪ੍ਰੈਕਟਿਸ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰੋਗੇ, ਇਨਕਰੇਜ ਕਰੋਗੇ, ਤਾਂ ਕਿ ਜਿਹੜਾ ਸਾਰਾ ਦਾ ਸਾਰਾ ਸਾਡਾ ਇਨਵਾਇਰਨਮੈਂਟ ਹੈ ਉਹ ਇੱਕ ਬੰਦੇ ਵਾਸਤੇ ਨਹੀਂ ਹੈ, ਉਹ ਸਾਰੀ ਹੋਲ ਜਿਹੜਾ ਹਿਊਮੈਨਿਟੀ ਵਾਸਤੇ ਹੈ, ਉਹ ਬਿਲਕੁਲ ਪੋਲਿਊਸ਼ਨ ਫ੍ਰੀ ਰਵੇ ਤੇ ਜਿਹੜਾ ਹੈ ਉਹ ਇੱਕ ਬਹੁਤ ਹੀ ਅਸੀਂ ਉਸ ਹਿਸਾਬ ਨਾਲ ਆਪਦੀ ਲਾਈਫ ਨੂੰ ਸਸਟੇਨ ਕਰਦੇ ਹਾਂ। ਡਾਕਟਰ ਜਤਿੰਦਰ ਕੁਮਾਰ ਦਾ ਧੰਨਵਾਦ ਕਰਦੇ ਹਾਂ, HMV ਕਾਲਜ ਦਾ ਧੰਨਵਾਦ ਕਰਦੇ ਹਾਂ ਉਹਨਾਂ ਦੇ ਪ੍ਰਿੰਸੀਪਲ ਮੈਡਮ ਦਾ, ਜਿਨ੍ਹਾਂ ਨੇ ਇਹ ਉਪਰਾਲਾ HMV ਕਾਲਜ ਦੇ ਵਿੱਚ ਵਿੱਢਿਆ, ਜਿਹਦੇ ਨਾਲ ਉਹ ਜਾਗਰੂਕਤਾ ਫੈਲਾ ਰਹੇ ਨੇ। ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਮੈਮ, ਥੈਂਕ ਯੂ ਸੋ ਮਚ ਫॉर ਕਮਿੰਗ ਔਨ ਦਿਸ ਕੈਂਪਸ।